जी आए ਨੂੰ प्यारे विद्यार्थियों 12th क्लास ਦੀ इंग्लिश ਦੀ बुक A Rainbow of English उसका सेक्शन A लेसन नंबर 2 The March King। इस ਲੈਸਨ ਦੀ ਰੀਡਿੰਗ ਐਂਡ ਐਕਸਪਲੇਨੇਸ਼ਨ ਟ੍ਰਾਂਸਲੇਸ਼ਨ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣੋ। ਜਿਹੜੇ ਇਹਦੇ ਵਿੱਚ ਔਖੇ ਨਵੇਂ ਸ਼ਬਦ ਆਣਗੇ ਉਹਨਾਂ ਦੇ ਅਰਥ ਦੱਸੇ ਜਾਣਗੇ, ਉਹਨਾਂ ਨੂੰ ਤੁਸੀਂ ਆਪਣੀ ਨੋਟਬੁੱਕ ਵਿੱਚ ਉਤਾਰ ਲੈਣਾ ਹੈ। ਇਹ ਕਹਾਣੀ ਬੜੀ ਵੱਡੀ ਹੈ ਤੇ ਡਿਟੇਲ ਵਿੱਚ ਜਾਣ ਲਈ ਅਸੀਂ ਇਹਨੂੰ ਸੈਕਸ਼ਨਸ ਵਿੱਚ ਕਰਾਂਗੇ। ਸੋ ਇਹਦੇ ਵਿੱਚ ਅਸੀਂ ਪਹਿਲਾ ਭਾਗ ਜਿਹੜਾ ਕਹਾਣੀ ਦਾ ਥੋੜ੍ਹਾ ਕਰਾਂਗੇ ਤੇ ਇਹਨੂੰ 5 ਜਾਂ 6 ਭਾਗਾਂ ਦੇ ਵਿੱਚ ਅਸੀਂ ਕਹਾਣੀ ਦੀ ਪੂਰੀ ਰੀਡਿੰਗ ਟ੍ਰਾਂਸਲੇਸ਼ਨ ਖਤਮ ਕਰਾਂਗੇ। ਸੋ ਸ਼ੁਰੂ ਕਰੀਏ। ਅੱਗੇ ਵਧਣ ਤੋਂ ਦੱਸਦਾ ਬੱਚੇ ਪਹਿਲੇ ਤੁਹਾਨੂੰ ਕਿ ਇਸੇ ਤੁਹਾਡੇ ਚੈਨਲ ਦੇ ਉੱਤੇ 11 12 ਇੰਗਲਿਸ਼ ਗ੍ਰਾਮਰ 8th ਗ੍ਰਾਮਰ 9th ਗ੍ਰਾਮਰ 10th ਗ੍ਰਾਮਰ ਨਾਮ ਦੀ ਪਲੇਲਿਸਟਾਂ ਵੀ ਹਨ। ਸੋ ਤੁਸੀਂ ਉਹ ਗ੍ਰਾਮਰ ਦੇ ਲੈਸਨਸ ਵੀ ਜ਼ਰੂਰ ਦੇਖੋ, ਠੀਕ ਹੈ ਜੀ। ਸੋ ਇਹ ਪਹਿਲੇ ਜਾਣਕਾਰੀ ਹੈਗੀ ਹੈ ਲੈਸਨ ਬਾਰੇ। ਕੈਥਰੀਨ ਲਿਟਲ ਬੇਕਲੈਸ जो कि इस कहानी की मतलब की लिखारी है, ठीक है। वॉज बॉर्न ऑन दिसंबर 5 1895 1895 5 दिसंबर ਨੂੰ ਉਹਦਾ ਜਨਮ ਹੋਇਆ ਸੀ। ਕਿਤੇ ਕਿੱਥੇ? ਇਨ ਬਲੂਮਸਬਰਗ ਪੈਨਸਿਲਵੇਨੀਆ ਸਟੇਟ ਹੈਗਾ ਪੈਨਸਿਲਵੇਨੀਆ, USA ਯੂਨਾਈਟਿਡ ਸਟੇਟਸ ਆਫ ਅਮਰੀਕਾ। ਆ ਪਲੇਰਾਈਟ ਦਾ ਮਤਲਬ ਹੁੰਦਾ ਨਾਟਕਕਾਰ। ਜੋ ਬੰਦਾ ਨਾਟਕ ਲਿਖਦਾ ਹੈ ਉਹਨੂੰ ਪਲੇਰਾਈਟ ਕਿਹਾ ਜਾਂਦਾ। ਆ ਪਲੇਰਾਈਟ ਐਂਡ ਬਾਇਓਗ੍ਰਾਫਰ। ਬਾਇਓਗ੍ਰਾਫੀ ਹੁੰਦੀ ਹੈ ਕਿਸੇ ਦੀ ਜੀਵਨੀ, ਠੀਕ ਹੈ, ਤੇ ਬਾਇਓਗ੍ਰਾਫਰ ਹੁੰਦਾ ਜੋ ਜੀਵਨੀ ਲਿਖਦਾ ਹੈ। ਸੋ ਬੜੇ ਲਿਖਾਰੀ ਕਿਸਮ ਦੇ ਹੁੰਦੇ ਨੇ ਇਹੋ ਜਿਹੇ, ਜਿਹਦਾ ਕੋਈ ਨੋਵਲਿਸਟ ਹੁੰਦੇ ਨੇ, ਕੋਈ ਕਹਾਣੀਕਾਰ ਹੁੰਦੇ ਨੇ, ਕੋਈ ਕਵੀ ਹੁੰਦੇ ਨੇ, ਤੇ ਕਈਆਂ ਦੀ ਮੁਹਾਰਤ ਹੁੰਦੀ ਹੈ ਉਹ ਵੱਡੀ ਵੱਡੀ ਸ਼ਖਸੀਅਤਾਂ ਦੀ ਜੀਵਨੀਆਂ ਲਿਖਦੇ ਨੇ। ਸੋ ਉਹਨਾਂ ਨੂੰ ਕਿਹਾ ਜਾਂਦਾ ਬਾਇਓਗ੍ਰਾਫਰ। ਸੋ ਇਹ ਕੈਥਰੀਨ ਲਿਟਲ ਬੇਕਲੈਸ ਜਿਹੜੀ ਸੀ ਉਹ ਇੱਕ ਨਾਟਕਕਾਰ ਵੀ ਸੀ ਤੇ ਬਾਇਓਗ੍ਰਾਫਰ ਸੀ, ਜੀਵਨੀਆਂ ਲਿਖਦੀ ਸੀ। ਇਨ ਹਰ ਓਨ ਰਾਈਟ। ਹੁਣ ਬੱਚਿਓ ਇਹ ਮੁਹਾਵਰਾ ਲਿਖ ਲਓ, ਇਨ ਹਰ ਓਨ ਰਾਈਟ। ਇਨ ਹਰ ਵੀ ਹੋ ਸਕਦਾ ਹੈ, ਇਨ ਹਿਜ਼ ਵੀ ਹੋ ਸਕਦਾ ਹੈ, ਕਿਉਂਕਿ ਉਹ ਲੇਡੀ ਹੈਗੀ ਇਸ ਕਰਕੇ ਹਰ ਵਰਤਿਆ। ਇਨ ਹਰ ਓਨ ਰਾਈਟ ਜਾਂ ਇਨ ਵਨਸ ਓਨ ਰਾਈਟ ਦਾ ਮਤਲਬ ਹੁੰਦਾ ਹੈ ਬੱਚਿਓ ਕਿ ਆਪਣੇ ਤੌਰ ਤੇ, ਮਤਲਬ ਕਿ ਆਪਣੇ ਬਲਬੂਤੇ ਤੇ, ਆਪਣੇ ਮਿਹਨਤ ਸਦਕਾ, ਆਪਣੀ ਲਿਆਕਤ ਸਦਕਾ, ਨਾ ਕਿ ਕਿਸੇ ਹੋਰ ਦੇ ਪਰਛਾਵੇਂ ਹੇਠ। ਕਈ ਵਾਰ ਹੁੰਦਾ ਨਾ ਬੰਦਾ ਵੱਡੇ ਘਰ 'ਚ ਪੈਦਾ ਹੋਇਆ ਤੇ ਅੱਗੇ ਉਹਦੇ ਮੁੰਡੇ ਨਾਲ ਵੀ ਗੱਲ ਬਣ ਗਈ ਹੈ ਨਾ, ਜਾਂ ਕੋਈ ਬੰਦਾ ਬੜਾ ਵੱਡਾ ਕਲਾਕਾਰ ਹੈਗਾ ਅੱਗੇ ਉਹਨੇ ਆਪਣੇ ਮੁੰਡੇ ਨੂੰ ਮੋਹਰੇ ਕਰਤਾ, ਬੜਾ ਵੱਡਾ ਕੋਈ ਬੰਦਾ ਬਿਜ਼ਨਸਮੈਨ ਹੈਗਾ। ਸੋ ਇਨ ਹਰ ਓਨ ਰਾਈਟ ਜੋ ਆਪਣੇ ਬਲਬੂਤੇ ਤੇ ਬਾਇਓਗ੍ਰਾਫਰ ਜਾਂ ਪਲੇਰਾਈਟ ਬਣੀ ਸੀਗੀ, ਉਹਨੇ ਕਿਸੇ ਕੋਲੋਂ ਮਲਕੀ ਉਹਨੂੰ ਮਲਕੀ ਕਹਿ ਲਓ ਕਿ ਸਹਾਰਾ ਨਹੀਂ ਮਿਲਿਆ, ਜਾਂ ਉਸ ਚੀਜ਼ ਦੀ ਉਹਨੂੰ ਪ੍ਰੋਟੈਕਸ਼ਨ ਨਹੀਂ ਮਿਲੀ, ਜਾਂ ਉਸ ਚੀਜ਼ ਦੀ ਹੱਲਾਸ਼ੇਰੀ ਨਹੀਂ ਮਿਲੀ। ਸੋ ਇਨਰ ਓਨ ਰਾਈਟ ਦਾ ਮਤਲਬ ਹੁੰਦਾ ਹੈ ਆਪਣੇ ਬਲਬੂਤੇ ਤੇ ਬਣਨਾ। ਸੋ ਕੈਥਰੀਨ ਲਿਟਲ ਬੇਕਲੈਸ ਰੋਟ ਬੁੱਕਸ, ਉਹਨੇ ਕਿਤਾਬਾਂ ਲਿਖੀਆਂ ਵਿਦ ਹਰ ਹਸਬੈਂਡ ਜੌਨ, ਆਪਣੇ ਪਤੀ ਜੌਨ ਦੇ ਨਾਲ, ਔਨ ਦੀ ਅਮਰੀਕਨ ਰੈਵੋਲੂਸ਼ਨ। ਅਮਰੀਕਨ ਰੈਵੋਲੂਸ਼ਨ ਜਿਹੜੀ ਸੀਗੀ ਉਹਦੇ ਉੱਤੇ ਉਹਨੇ ਕਿਤਾਬਾਂ ਲਿਖੀਆਂ। ਹਰ ਇੰਡੀਵਿਜੂਅਲ ਵਰਕਸ ਫੋਕਸਡ ਔਨ ਮਿਊਜ਼ਿਕ। ਪਰ ਜਿਹੜੇ ਉਹਦੇ ਨਿੱਜੀ ਕੰਮ ਸੀਗੇ, ਮਤਲਬ ਨਿੱਜੀ ਜੋ ਲਿਖਤਾਂ ਸੀਗੀਆਂ, ਵਰਕਸ ਦਾ ਮਤਲਬ ਤੇ ਲਿਖਤਾਂ, ਜਿਹੜੇ ਆਪਣੇ ਹਸਬੈਂਡ ਦੇ ਨਾਲ ਉਹਨੇ ਲਿਖਤਾਂ ਲਿਖੀਆਂ, ਕਿਤਾਬਾਂ ਲਿਖੀਆਂ, ਉਹ ਅਮਰੀਕਨ ਰੈਵੋਲੂਸ਼ਨ 'ਤੇ ਸੀਗੀਆਂ। ਪਰ ਹਰ ਇੰਡੀਵਿਜੂਅਲ ਮਤਲਬ ਨਿੱਜੀ ਜਿਹੜਾ ਉਹਨੇ ਖੁਦ ਲਿਖਿਆ ਫੋਕਸਡ ਔਨ ਮਿਊਜ਼ਿਕ, ਉਹਦਾ ਜੋ ਕੇਂਦਰ ਸੀਗਾ ਉਹ ਸੰਗੀਤ ਸੀ। ਸ਼ੀ ਡਾਈਡ ਇਨ 1992 ਇਨ ਕਨੈਕਟੀਕਟ। ਇਹਨੂੰ ਕਨੈਕਟੀਕਟ ਨਹੀਂ ਬੋਲਦੇ ਆਪਾਂ, ਟੀ ਸਾਇਲੈਂਟ ਹੁੰਦਾ, ਕਨੈਕਟੀਕਟ, ਠੀਕ ਹੈ ਨਾ, ਇੱਦਾਂ ਬੋਲ ਦਿੰਦੇ ਨੇ ਅਮਰੀਕਨਸ ਜਿਹੜੇ ਗੋਰੇ ਨੇ। ਸੋ ਕਨੈਕਟੀਕਟ ਬੱਚਿਓ ਇੱਕ ਕਿਸਮ ਦਾ ਇਹ ਉੱਥੇ ਦਾ ਇੱਕ ਜਗ੍ਹਾ ਦਾ ਨਾਮ ਹੈ ਅਮਰੀਕਾ ਦੇ ਵਿੱਚ। ਸੋ 1992 ਦੇ ਵਿੱਚ ਉਹਦੀ ਡੈਥ ਹੋਈ। ਦੇਅਰ ਵਰ ਓਵਰ 80 ਬ੍ਰਿਟਿਸ਼ ਰੈਜੀਮੈਂਟ ਸਰਵਿੰਗ ਇਨ ਅਮਰੀਕਾ ਬਿਟਵੀਨ 1755 ਐਂਡ 1783। ਰੈਜੀਮੈਂਟ ਹੁੰਦੇ ਵਿੱਚ ਫੌਜ ਦੀ ਟੁਕੜੀ। ਉਦੋਂ ਜਿਹੜੇ ਬ੍ਰਿਟਿਸ਼ ਲੋਕ ਸੀ, ਉਹ ਅਮਰੀਕਾ ਜਿਹੜੀ ਸੀ ਬ੍ਰਿਟਿਸ਼ ਦੀ ਕਲੋਨੀ ਵੀ ਸੀਗੀ। ਸੋ 80 ਤੋਂ ਵੱਧ ਬ੍ਰਿਟਿਸ਼ ਫੌਜੀ ਟੁਕੜੀਆਂ ਜਿਹੜੀਆਂ ਸੀਗੀਆਂ ਅਮਰੀਕਾ ਦੇ ਵਿੱਚ ਸੀਗੀਆਂ 1755 ਤੋਂ 1783 ਦੇ ਵਿੱਚ। ਮੋਸਟ ਆਫ ਵਿਚ ਹੈਡ ਦੇਅਰ ਓਨ ਬੈਂਡ। ਤੇ ਸਾਰੀ ਟੁਕੜੀਆਂ ਦੇ ਜਿਹੜੀਆਂ ਸੀਗੀਆਂ 80 ਤੋਂ ਵੱਧ, ਜ਼ਿਆਦਾਤਰ ਟੁਕੜੀਆਂ ਦੇ ਆਪਣੇ ਬੈਂਡ ਸੀਗੇ ਮਿਊਜ਼ਿਕ। ਜਿਹਦਾ ਮਿਲਟਰੀ ਦਾ ਬੈਂਡ ਹੁੰਦਾ ਨਾ, ਸਾਰੀਆਂ ਟੁਕੜੀਆਂ ਦਾ ਆਪਣਾ ਬੈਂਡ ਸੀਗਾ। ਕੰਪਰਾਈਜ਼ਡ ਆਫ ਐਨ ਐਜ਼ੋਰਟਮੈਂਟ ਆਫ ਇੰਸਟਰੂਮੈਂਟਸ। ਕੰਪਰਾਈਜ਼ ਬਣੇ ਉਹ ਤੋਂ ਬਣੇ ਹੋਏ ਸੀਗੇ। ਮਤਲਬ ਬੈਂਡ ਵਿੱਚ ਕੀ ਸੀਗਾ? ਐਜ਼ੋਰਟਮੈਂਟ ਹੁੰਦਾ ਹੈ ਰਲੇਵਾਂ, ਇਕੱਠ, ਮਤਲਬ ਕਿ ਭਾਂਤ ਭਾਂਤ ਦੀਆਂ ਜਿਹੜੇ ਇੰਸਟਰੂਮੈਂਟ ਹੁੰਦੇ ਨੇ, ਯੰਤਰ, ਭਾਂਤ ਭਾਂਤ ਦੇ ਯੰਤਰਾਂ ਦਾ ਉਹਨਾਂ ਕੋਲ ਇਕੱਠ ਸੀਗਾ, ਉਹਨਾਂ ਕੋਲ ਰਲੇਵਾਂ ਸੀਗਾ। ਇਨਕਲੂਡਿੰਗ ਕਲੈਰੀਨੇਟਸ, ਓਬੋਸ, ਬੈਸੂਨਸ, ਹੌਰਨਸ ਐਂਡ ਟਰੰਪੇਟਸ। ਹੁਣ ਬੱਚਿਓ ਤੁਸੀਂ ਇਹ ਸ਼ਬਦ ਦੇਖੋ ਨਵੇਂ ਸੁਣੇ ਹੋਣਗੇ, ਕਲੈਰੀਨੇਟਸ, ਓਬੋਸ, ਬੈਸੂਨਸ, ਹੌਰਨਸ ਐਂਡ ਟਰੰਪੇਟਸ। ਇਹ ਸਾਰਿਆਂ ਦੀ ਤਸਵੀਰਾਂ ਮੈਂ ਤੁਹਾਨੂੰ ਅੱਗੇ ਦਿਖਾਵਾਂਗਾ ਤਾਂ ਕਿ ਤੁਹਾਨੂੰ ਪਛਾਣ ਹੋ ਜਾਏ ਕਿ ਇਹ ਸਾਰੇ ਸੰਗੀਤ ਦੇ
यंत्र ने। ठीक है, अगे तुहानूं फोटो दिखावांगा, उन्हां तुहानूं छेती गल समझ आ जाएगी। दीज मिलिटरी बैंड्स नॉट ओनली एग्जीक्यूटिड देयर रैजीमैंटल ड्यूटीज़, रैजीमैंटल उनकी मिलिटरी नाल जुड़ियां होईयां, ਇਹ ਜਿਹੜੇ ਮਿਲਟਰੀ ਬੈਂਡ ਸੀਗੇ ਉਹ ਸਿਰਫ ਆਪਣੀਆਂ ਮਿਲਟਰੀ ਨਾਲ ਜੁੜੀਆਂ ਡਿਊਟੀਆਂ ਨਹੀਂ ਕਰਦੇ ਸੀਗੇ, ਬਟ ਆਲਸੋ ਪਲੇਡ ਅ ਲਾਰਜ ਰੋਲ ਇਨ ਸਿਵਿਲੀਅਨ ਮਿਊਜ਼ੀਕਲ ਲਾਈਫ। ਪਰ ਇਹ ਨਾਲ ਨਾਲ ਜੋ ਮਿਲਟਰੀ ਤੋਂ ਬਾਹਰਲੀ ਸਮਾਜਿਕ ਦੁਨੀਆ ਹੈ, ਜਿਸ 'ਚ ਆਮ ਲੋਕ ਰਹਿੰਦੇ ਨੇ, ਉਹਨਾਂ ਦੇ ਜੋ ਸੰਗੀਤਕ ਦੁਨੀਆ ਹੈ ਉਹਦੇ ਵਿੱਚ ਵੀ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੁੰਦਾ ਸੀਗਾ। ਕਿ ਉਹ ਸਿਰਫ ਮਿਲਟਰੀ ਦਾ ਕੰਮ ਹੀ ਨਹੀਂ, ਮਿਲਟਰੀ ਦੀ ਡਿਊਟੀ ਨਹੀਂ ਨਿਭਾਉਂਦੇ ਸੀਗੇ, ਜੇ ਬਾਹਰ ਕੋਈ ਸਕੂਲਾਂ ਕਾਲਜਾਂ ਸਮਾਜ ਵਿੱਚ ਜਾਂ ਕਿਤੇ ਕੋਈ ਫੰਕਸ਼ਨ ਹੋ ਰਿਹਾ ਉੱਥੇ ਵੀ ਆਪਣਾ ਰੋਲ ਅਦਾ ਕਰਦੇ ਸੀਗੇ। ਸੌਸਾ, ਸੌਸਾ ਜੋ ਇਸ ਕਹਾਣੀ ਦਾ ਵਿੱਚ ਜਿਹੜਾ ਪਾਤਰ ਹੈਗਾ, ਉਹਦਾ ਡੈਡੀ, ਉਹਦਾ ਨਾਮ ਸਰਨੇਮ ਸੀਗਾ ਸੌਸਾ। ਸੌਸਾ ਹੈਡ ਬੀਨ ਪਲੇਇੰਗ ਵਾਇਲਿਨ ਪ੍ਰੋਫੈਸ਼ਨਲੀ, ਕੰਪੋਜ਼ਿੰਗ ਐਂਡ ਅਰੇਂਜਿੰਗ ਫॉर ਸੈਵਰਲ ਈਅਰਸ। ਸੌਸਾ ਜਿਹੜਾ ਸੀਗਾ ਉਹ ਬੜੇ ਸਾਲਾਂ ਤੋਂ ਪ੍ਰੋਫੈਸ਼ਨਲੀ ਮੈਨੇ ਕਿੱਤੇ ਵਜੋਂ ਸਰੰਗੀ ਵਜਾਉਂਦਾ ਆ ਰਿਹਾ ਸੀਗਾ, ਕੰਪੋਜ਼ਿੰਗ ਮਿਊਜ਼ਿਕ ਤਿਆਰ ਕਰਦਾ ਸੀਗਾ, ਅਰੇਂਜਿੰਗ ਉਹਨੂੰ ਤਰਤੀਬ ਦਿੰਦਾ ਸੀਗਾ, ਫॉर ਸੈਵਰਲ ਈਅਰਸ ਕਈ ਸਾਲਾਂ ਤੋਂ, ਐਂਡ ਔਨ ਸੈਵਰਲ ਓਕੇਜ਼ਨਸ ਅਤੇ ਕਈ ਮੌਕਿਆਂ 'ਤੇ ਹੈਡ ਕੰਡਕਟਿਡ ਥੀਏਟਰ ਔਰਕੈਸਟਰਾਸ, ਅਤੇ ਉਹਨੇ ਕਈ ਮੌਕਿਆਂ 'ਤੇ ਥੀਏਟਰ ਦੇ ਔਰਕੈਸਟਰਾ ਵੀ ਮਤਲਬ ਕਿ ਉਹ ਵੀ ਕੰਡਕਟ ਕੀਤੇ ਸੀਗੇ। ਲਾਈਕ ਦੀ ਵਾਸ਼ਿੰਗਟਨ ਥੀਏਟਰ ਕੋਮਿਕ 9, ਮਤਲਬ ਕਿ ਉਸ ਵੇਲੇ ਦਾ ਇੱਕ ਥੀਏਟਰ ਦਾ ਨਾਮ ਹੋਣਾ ਵਾਸ਼ਿੰਗਟਨ ਥੀਏਟਰ ਕੋਮਿਕ 9, ਉਦਾਹਰਨ ਵਜੋਂ ਦਿੱਤਾ ਉਹਨਾਂ ਨੇ। ਇਹ ਦੇਖੋ ਬੱਚਿਓ, ਇਹ ਹੈਗੇ ਨੇ ਇੰਸਟਰੂਮੈਂਟ, ਇਹ ਅਸੀਂ ਬਾਜੇ ਜਿਹੜੇ ਵਿਆਹਾਂ ਸ਼ਾਦੀਆਂ ਦੇ ਬੈਂਡ ਬਾਜੇ ਵਾਲੇ ਵਜਾਉਂਦੇ ਨੇ, ਇਹਨੂੰ ਹਾਰਨ ਕਹਿੰਦੇ ਨੇ। ਠੀਕ ਹੈ, ਇਹ ਬੈਸੂਨ ਤੂਤਣੀ ਹੁੰਦੀ ਹੈ। ਠੀਕ ਹੈ, ਇਹ ਵੀ ਓਬੋ ਵੀ ਤੂਤਣੀ ਹੁੰਦੀ ਹੈ, ਪਰ ਥੋੜ੍ਹਾ ਬਹੁਤ ਇਹਨਾਂ ਦੇ ਢਾਂਚੇ ਵਿੱਚ ਅਤੇ ਇਹ 'ਚ ਇੱਕ ਰੀਡ ਹੁੰਦੀ ਹੈ, ਇਹ 'ਚ ਦੋ ਰੀਡ ਹੁੰਦੀਆਂ, ਇੱਦਾਂ ਦਾ ਕੁਛ ਹੁੰਦਾ, ਫਰਕ ਹੁੰਦਾ ਇਹਨਾਂ 'ਚ। ਇਹਨੂੰ ਓਬੋ ਕਹਿ ਦਿੰਦੇ ਹਾਂ, ਇਹ ਵਾਇਲਨ ਹੈ ਸਰੰਗੀ, ਇਹ ਕਲੈਰੀਨੇਟ ਹੈਗੀ ਹੈ। ਇਹ ਵੀ ਅਸੀਂ ਦੇਖਦੇ ਹਾਂ ਸਾਡੇ ਬੈਂਡ ਬਾਜੇ ਵਾਲੇ ਜਿਹੜੇ ਇੱਕ ਮੋਹਰੇ ਬੰਦਾ ਹੁੰਦਾ ਹੈ ਜਿਹਦੇ ਕੋਲ ਪੀਪਣੀ ਹੁੰਦੀ ਹੈ ਵੱਡੀ, ਇਹ ਵਾਲੀ ਤੂਤੀ, ਇਹ ਵਜਾਉਂਦਾ, ਅਤੇ ਇਹਨੂੰ ਟਰੰਪਟ ਕਹਿ ਦਿੰਦੇ ਨੇ। ਇਹ ਵੀ ਅਸੀਂ ਦੇਖਿਆ ਸਾਡੇ ਬੈਂਡ। ਸੋ ਇਹ ਜਿਹੜੀ ਇੱਕ ਇਹ ਵਾਲੀ ਅਤੇ ਇੱਕ ਇਹ ਵਾਲੀ ਅਸੀਂ ਆਮ ਬੈਂਡ ਬਾਜਿਆਂ ਵਾਲਿਆਂ ਕੋਲ ਦੇਖੀ ਹੋਈ ਹੈ। ਸੋ ਵਾਇਲਨ ਵੀ ਅਸੀਂ ਦੇਖੀ ਹੋਈ ਹੈ। ਠੀਕ ਹੈ, ਸੋ ਇਹ ਦੋ ਚੀਜ਼ਾਂ ਨਵੀਆਂ ਨੇ, ਬੈਸੂਨ, ਓਬੋ, ਇਹ ਇਹਨਾਂ ਰਲਦੀਆਂ ਮਿਲਦੀਆਂ। ਠੀਕ ਹੈ ਬੱਚਿਓ, ਇਹ ਮੈਂ ਤਾਂ ਦੱਸੀਆਂ ਵੀ ਹੁਣ ਫੋਟੋ ਦੇਖ ਲਓਗੇ ਤਾਂ ਤੁਹਾਨੂੰ ਇਹ ਚੀਜ਼ਾਂ, ਇਹ ਜਿਹੜੇ ਸ਼ਬਦ ਨੇ ਇਹ ਯਾਦ ਕਰਨੇ। ਇਹ ਹੌਰਨ ਦੇਖੋ, ਹੌਰਨ ਮੈਨੇ ਸਿੰਘ ਵੀ ਹੁੰਦਾ, ਕਿਉਂਕਿ ਜਿੱਦਾਂ ਮੱਝਾਂ ਗਾਈਆਂ ਦਾ ਸਿੰਘ ਮੁੜਿਆ ਹੁੰਦਾ, ਸੋ ਇਹਦੀ ਜਿਹੜੀ ਆਕਾਰ ਹੈ ਇਹ ਵੀ ਸਿੰਘ ਵਾਂਗੂ ਮੁੜਿਆ ਹੁੰਦਾ, ਇਸ ਕਰਕੇ ਇਹਨੂੰ ਹੌਰਨ ਕਿਹਾ ਜਾਂਦਾ। ਠੀਕ ਹੈ, ਅੱਗੇ ਦੇਖੀਏ ਅਗਲੀ ਜਾਣਕਾਰੀ ਇਹਦੇ ਵਿੱਚ ਕਹਿੰਦੇ 10 ਇਸ ਤਰ੍ਹਾਂ ਇਨ 1880 ਵਿੱਚ ਵੈਨ ਦੀ US ਮੇਰੀਨ ਬੈਂਡ ਵਾਜ਼ ਇਨ ਸਰਚ ਆਫ ਅ ਨਿਊ ਲੀਡਰਸ਼ਿਪ, ਜਦੋਂ ਅਮਰੀਕਾ ਦਾ ਮੇਰੀਨ ਬੈਂਡ ਨਵੀਂ ਅਗਵਾਈ ਦੀ ਭਾਲ ਵਿੱਚ ਸੀ, ਲੀਡਰਸ਼ਿਪ ਵੀ ਨਵਾਂ ਲੀਡਰ ਲੱਭਦੇ ਪਏ ਸੀਗੇ, ਪੁਰਾਣਾ ਲੀਡਰ ਬੈਂਡ ਦਾ ਰਿਟਾਇਰ ਹੋ ਗਿਆ ਹੋਣਾ। ਸੌਸਾ ਵਾਜ਼ ਦੀ ਪਰਫੈਕਟ ਕੈਂਡੀਡੇਟ, ਕਿਉਂਕਿ ਸੌਸਾ ਨੇ ਇੰਨੇ ਮੌਕਿਆਂ 'ਤੇ ਆਪਣਾ ਉਹਨੇ ਔਰਕੈਸਟਰਾ ਵੀ ਕੀਤਾ ਸੀਗਾ, ਉਹਨੇ ਮਿਊਜ਼ਿਕ ਕੰਪੋਜ਼ ਵੀ ਕੀਤਾ ਸੀਗਾ। ਠੀਕ ਹੈ ਨਾ, ਸੋ ਸੌਸਾ ਵਾਜ਼ ਦੀ ਪਰਫੈਕਟ ਕੈਂਡੀਡੇਟ, ਅਤੇ ਉਹਨਾਂ ਦੇ ਦਿਮਾਗ 'ਚ ਆਇਆ ਜਿਹੜਾ ਸੌਸਾ ਹੈਗਾ ਇਹਨੂੰ ਮਤਲਬ ਕਿ ਇਹਦਾ ਕੈਂਡੀਡੇਟ ਮਤਲਬ ਕਿ ਲੀਡਰਸ਼ਿਪ ਦੇ ਦਿੱਤੀ ਜਾਵੇ, particularly because he had already served 2 enlistments with the US Marine Band as an apprentice musician। ਕਹਿੰਦੇ ਖਾਸ ਤੌਰ 'ਤੇ ਕਿਉਂਕਿ ਉਹਨੇ ਆਲਰੇਡੀ, ਇਨਲਿਸਟਮੈਂਟ ਕੀ ਹੁੰਦਾ ਬੱਚਿਆਂ ਨੂੰ ਦੇਖ ਲਓ, ਇਨਲਿਸਟਮੈਂਟ ਹੁੰਦਾ ਹੈ ਸਰਕਾਰੀ ਜਿੱਦਾਂ ਮਤਲਬ ਕਿ ਰਾਜਦੂਤ ਦਾ ਕੰਮ ਹੋਵੇ ਜਾਂ ਮਿਲਟਰੀ ਦਾ ਕੰਮ ਹੋਵੇ, ਅਤੇ ਉਹ ਡਿਊਟੀ ਜਿਹੜੀ ਨਿਭਾਈ ਹੋਵੇ ਉਸ ਸਮੇਂ ਨੂੰ ਕਿਹਾ ਜਾਂਦਾ ਹੈ ਇਨਲਿਸਟਮੈਂਟ। ਸੋ ਜਿਹੜਾ ਸੌਸਾ ਸੀਗਾ ਉਹਦੇ ਕੋਲ ਆਲਰੇਡੀ ਮਿਲਟਰੀ ਦਾ ਤਜਰਬਾ ਸੀ, ਕਿਉਂਕਿ ਕਹਿੰਦੇ ਹੀ ਹੈਡ ਆਲਰੇਡੀ ਸਰਵਡ 2 ਇਨਲਿਸਟਮੈਂਟਸ ਵਿਦ ਦੀ US ਮੇਰੀਨ ਬੈਂਡ, ਕਿਉਂਕਿ US ਮੇਰੀਨ ਬੈਂਡ ਦੇ ਨਾਲ ਦੋ ਜਿਹੜੀਆਂ ਡਿਊਟੀਆਂ, ਦੋ ਸਮੇਂ, ਦੋ ਟਰਮਸ ਜਿਹੜੀਆਂ ਸੀਗੀਆਂ ਉਹਦੇ ਨਾਲ ਆਲਰੇਡੀ ਬਿਤਾ ਚੁੱਕਾ ਸੀ, ਉਹਨੂੰ ਤਜਰਬਾ ਵੀ ਸੀਗਾ। ਐਜ਼ ਐਨ ਅਪ੍ਰੈਂਟਿਸ ਮਿਊਜ਼ੀਸ਼ੀਅਨ, ਅਰਥਾਤ ਸੰਗੀਤਕਾਰ ਟ੍ਰੇਨਿੰਗ ਦੇ ਤੌਰ 'ਤੇ, ਸਿਖਾਂਦਰੂ ਦੇ ਤੌਰ 'ਤੇ ਉਹ ਆਲਰੇਡੀ ਉਹਦੇ ਨਾਲ ਸਰਵਿੰਗ ਨੌਕਰੀ ਕਰ ਚੁੱਕਾ ਸੀ। ਹੀ ਵਾਜ਼ ਅ ਮੇਅਰ 26, ਉਹ ਮਸਾਂ 26 ਵਰ੍ਹਿਆਂ ਦਾ ਸੀ, ਵੈਨ ਹੀ ਐਕਸੈਪਟਿਡ ਲੀਡਰਸ਼ਿਪ ਆਫ ਦੀ ਮੇਰੀਨ ਬੈਂਡ, ਜਦੋਂ ਉਹਨੇ ਮੇਰੀਨ ਬੈਂਡ ਦੀ ਅਗਵਾਈ, ਲੀਡਰ ਬਣਨਾ, ਆਗੂ ਬਣਨਾ ਪ੍ਰਵਾਨ ਕਰ ਲਿਆ। ਐਕਸੈਪਟ ਮੈਨੇ ਪ੍ਰਵਾਨ ਕਰਨਾ, ਐਕਸੈਪਟਿਡ ਪ੍ਰਵਾਨ ਕਰ ਲਿਆ। ਐਂਡ ਟੂ ਗਿਵ ਅ ਮੋਰ ਅਥੋਰੀਟੇਟਿਵ ਅਪੀਅਰੈਂਸ, ਅਪੀਅਰੈਂਸ ਹੁੰਦੀ ਦਿੱਖ, ਅਥੋਰੀਟੇਟਿਵ ਹੁੰਦੀ ਪ੍ਰਭਾਵਸ਼ਾਲੀ, ਅਤੇ ਉਹਨੇ ਜ਼ਿਆਦਾ ਪ੍ਰਭਾਵਸ਼ਾਲੀ, ਮੋਰ ਜ਼ਿਆਦਾ ਪ੍ਰਭਾਵਸ਼ਾਲੀ ਦਿੱਖ ਦੇਣ ਲਈ ਹੀ ਗ੍ਰਿਊ ਅ ਫੁੱਲ ਬਲੈਕ ਬੀਅਰਡ, ਉਹਨੇ ਪੂਰੀ ਆਪਣੀ ਜਿਹੜੀ ਦਾੜੀ ਸੀ ਉਹਨੇ ਕੱਟਣੀ ਬੰਦ ਕਰ ਦਿੱਤੀ, ਅਤੇ ਦਾੜੀ ਉਹਨੇ ਪੂਰੀ ਆਪਣੀ ਮਤਲਬ ਕਿ ਦਾੜਾ ਪ੍ਰਕਾਸ਼ ਕਰ ਲਿਆ। ਜਿੱਦਾਂ ਹੀ ਗ੍ਰਿਊ ਅ ਫੁੱਲ ਬਲੈਕ ਬੀਅਰਡ, ਉਹਨੇ ਪੂਰੀ ਆਪਣੀ ਕਾਲੀ ਦਾੜੀ ਮਤਲਬ ਵਧਣ ਦਿੱਤੀ। ਸੌਸਾ ਹੈਲਡ ਦਿਸ ਪੋਜੀਸ਼ਨ ਫॉर 12 ਈਅਰਸ, ਅਤੇ ਸੌਸਾ ਨੇ ਇਸ ਅਹੁਦੇ ਨੂੰ 12 ਸਾਲ ਤੱਕ ਨਿਭਾਇਆ।
हैल्ड दिस पोजीशन मैंने इस अहुदे ते रहा। ड्यूरिंग दिस टाइम इस समय दौरान ही मेड न्यूमरस चेंजिस उन्हें बहुत सारे बदलाव लियांदे। ਅਸੀਂ ਆਮ ਨਹੀਂ ਕਹਿੰਦੇ ਵੀ ਇਹ ਬੰਦਾ ਜਦ ਦਾ ਪ੍ਰਧਾਨ ਬਣਿਆ ਇਹਨੇ ਇਹ ਬਦਲਾਅ ਲਿਆਂਦੇ ਨੇ, ਇਹਨੇ ਬਹੁਤ ਸਾਰੇ ਬਦਲਾਅ ਲਿਆਂਦੇ ਨੇ। ਤੇ ਅੰਗਰੇਜ਼ੀ 'ਚ ਕਹਿੰਦੇ ਆ ਨਿਊਮਰਸ ਚੇਂਜਿਸ। ਨਿਊਮਰਸ ਮੈਨੇ ਬਹੁਤ ਸਾਰੇ, ਚੇਂਜਿਸ ਮੈਨੇ ਬਦਲਾਅ। ਮੇਡ ਨਿਊਮਰਸ ਚੇਂਜਿਸ ਬਹੁਤ ਸਾਰੇ ਬਦਲਾਅ ਕੀਤੇ ਜਾਂ ਬਹੁਤ ਸਾਰੇ ਬਦਲਾਅ ਲਿਆਂਦੇ। ਇਨਕਲੂਡਿੰਗ ਐਡਜਸਟਮੈਂਟਸ ਟੂ ਦੀ ਰੈਪਰਟਰੀ ਆਫ ਦੀ ਐਂਸੈਂਬਲ। ਹੁਣ ਰੈਪਰਟਰੀ ਕੀ ਹੁੰਦਾ? ਰੈਪਰਟਰੀ ਦਾ ਮਤਲਬ ਹੁੰਦਾ ਬੱਚਿਓ ਸਟੋਰ, ਖਜ਼ਾਨਾ, ਠੀਕ ਹੈ, ਕਿਸੇ ਚੀਜ਼ ਦਾ ਇਕੱਠ। ਆਫ ਦੀ ਐਂਸੈਂਬਲ, ਐਂਸੈਂਬਲ ਦੇ ਦੋ ਮਤਲਬ ਹੁੰਦੇ ਨੇ, ਇੱਕ ਤੇ ਜਿਹੜੇ ਸੰਗੀਤ ਵਜਾਉਣ ਵਾਲੇ ਬੰਦੇ ਨੇ ਸਾਰਿਆਂ ਦੇ ਇਕੱਠ ਨੂੰ ਐਂਸੈਂਬਲ ਵੀ ਕਹਿ ਦਿੰਦੇ ਆ, ਤੇ ਜਾਂ ਫਿਰ ਕਿਸੇ ਕਲਾ ਵਿੱਚ, ਆਰਟ ਵਿੱਚ ਉਹ ਸਾਰੀਆਂ ਗੱਲਾਂ ਨਿੱਕੀਆਂ 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 ਜਿਹੜੀਆਂ ਉਹ 'ਚ ਉਹਨੂੰ ਪੂਰੇ ਨੂੰ ਮੁਕੰਮਲ ਪੇਸ਼ ਕਰਦੀਆਂ, ਉਹ ਸਾਰਿਆਂ ਨੂੰ ਐਂਸੈਂਬਲ ਕਹਿ ਦਿੰਦੇ ਆ। ਅਰਥਾਤ ਉਹਨੇ ਜਿਹੜਾ ਆਪਣਾ ਬੈਂਡ ਦਾ ਜੋ ਸਿਸਟਮ ਸੀਗਾ ਉਹਦੇ ਵਿੱਚ ਚਾਹੇ ਉਹ ਇੰਸਟਰੂਮੈਂਟ ਹੋਣਗੇ ਜਾਂ ਕੋਈ ਹੋਰ ਟਿਊਨਾਂ ਹੋਣਗੀਆਂ ਜਾਂ ਹੋਰ ਕਈ ਗੱਲਾਂ ਹੋਣਗੀਆਂ, ਮਿਊਜ਼ੀਸ਼ੀਅਨ ਹੋਣਗੇ, ਉਹਨਾਂ ਦਾ ਜੋ ਰੈਪਰਟਰੀ ਸੀ ਉਹ ਜਿਹੜਾ ਇਕੱਠ ਸੀਗਾ, ਉਹਦੇ ਅੰਦਰੂਨੀ ਚੇਂਜਿਸ ਜਿਹੜੀਆਂ ਸੀਗੀਆਂ ਉਹ 'ਚ ਉਹਨੇ ਬਹੁਤ ਸਾਰੀਆਂ ਐਡਜਸਟਮੈਂਟ ਕੀਤੀਆਂ, ਬਦਲਾਅ ਕੀਤੇ। ਜਦੋਂ ਲੀਡਰ ਬਣ ਗਿਆ ਤੇ ਉਹਨੇ ਉਸ ਸਿਸਟਮ ਦੇ ਵਿੱਚ ਕਾਫੀ ਬਦਲਾਅ ਕੀਤਾ ਤੇ ਉਹ ਬਦਲਾਅ ਚੰਗੇ ਪਾਸੇ ਹੋਇਆ। ਸੌਸਾ's ਫਸਟ ਕੰਸਰਨ, ਸੌਸਾ ਦਾ ਜੋ ਪਹਿਲਾ ਫਿਕਰ ਸੀ, ਕੰਸਰਨ ਮੈਨੇ ਪਹਿਲੇ ਚਿੰਤਾ ਦਾ ਵਿਸ਼ਾ ਸੀ ਐਜ਼ ਲੀਡਰ, ਬਤੌਰ ਆਗੂ, ਵਾਜ਼ ਟੂ ਸੌਫਟਨ ਦੀ ਸਾਊਂਡ। ਸੌਫਟਨ ਦਾ ਸਾਊਂਡ ਮੈਨੇ ਵੀ ਜਿਹੜੀ ਸਾਊਂਡ ਹੈ, ਆਵਾਜ਼ ਹੈ, ਉਹਨੂੰ ਥੋੜਾ ਕੋਮਲ ਕੀਤਾ ਜਾਵੇ। ਉਹ ਜ਼ੋਰ ਦੀ ਵੱਜਦੀ ਹੋਣੀ ਹੈ ਕਦੋਂ? ਦੈਟ ਹਿਟ ਦੀ ਗੈਸਟ ਐਜ਼ ਦੇ ਐਂਟਰ ਦੀ ਵਾਈਟ ਹਾਊਸ। ਵਾਈਟ ਹਾਊਸ ਹੈਗਾ ਪ੍ਰੈਜ਼ੀਡੈਂਟ ਦਾ ਘਰ, ਅਮਰੀਕਾ ਦੇ ਪ੍ਰੈਜ਼ੀਡੈਂਟ ਦਾ ਘਰ, ਜਿਹਦਾ ਸਾਡਾ ਪ੍ਰੈਜ਼ੀਡੈਂਟ ਹਾਊਸ ਹੈਗਾ ਇੱਥੇ, ਪਾਰਲੀਮੈਂਟ ਹੈਗੀ ਹੈ। ਸੋ ਜਦੋਂ ਭਾਂਤ-ਭਾਂਤ ਦੇ ਦੇਸ਼ਾਂ ਦੇ ਪ੍ਰਧਾਨ ਮੰਤਰੀ, ਆਪਣੇ ਪ੍ਰੈਜ਼ੀਡੈਂਟ ਜਾਂ ਹੋਰ ਰਾਜੇ ਮਹਾਰਾਜੇ ਦੂਜੇ ਦੇਸ਼ਾਂ ਦੇ ਵਾਈਟ ਹਾਊਸ ਵਿੱਚ ਬਤੌਰ ਪ੍ਰਾਹੁਣੇ ਆਉਂਦੇ ਹੋਣਗੇ, ਤੇ ਜਦੋਂ ਬਤੌਰ ਪ੍ਰਾਹੁਣੇ ਉਹ ਵਾਈਟ ਹਾਊਸ ਵਿੱਚ ਐਂਟਰ ਕਰਦੇ ਹੋਣਗੇ ਤੇ ਉਹਨਾਂ ਦਾ ਬੈਂਡ ਦੇ ਨਾਲ ਸਵਾਗਤ ਕੀਤਾ ਜਾਂਦਾ ਹੋਣਾ ਸੀ, ਮਤਲਬ ਕੀਤਾ ਜਾਂਦਾ ਹੋਣਾ। ਪਰ ਜਿੱਲੇ ਸੌਸਾ ਨੇ ਦੇਖਿਆ ਕਿ ਜਿਹੜਾ ਆਵਾਜ਼ ਆਉਂਦੀ ਹੈ ਉਹਨਾਂ ਦੇ ਸਵਾਗਤ ਵਿੱਚ ਉਹ ਬੜੀ ਖਰਵੀਂ ਹੈ, ਕੰਨਾਂ ਨੂੰ ਵੱਜਦੀ ਹੈ, ਤੇ ਉਹਨੇ ਕਿਹਾ ਸੌਫਟਨ ਦਾ ਸਾਊਂਡ। ਵੀ ਮੈਂ ਉਹਦਾ ਪਹਿਲਾ ਉਹਦਾ ਪ੍ਰਾਇੋਰਟੀ ਇਹ ਸੀਗੀ, ਪਹਿਲਾ ਫਿਕਰ ਇਹ ਸੀਗਾ ਕਿ ਜਿਹੜਾ ਪ੍ਰਾਹੁਣਿਆਂ ਦੇ ਸਵਾਗਤ ਵਿੱਚ ਬੈਂਡ ਵਜਾਇਆ ਜਾਂਦਾ ਹੈ ਉਹਦੀ ਆਵਾਜ਼ ਨੂੰ ਥੋੜਾ ਕੋਮਲ ਕੀਤਾ ਜਾਵੇ। ਸੌਫਟ ਮੈਨੇ ਕੋਮਲ, ਸੌਫਟ ਮੈਨੇ ਕੋਮਲ ਕਰਨਾ। ਸੋ ਇਹ ਉਹਦਾ ਉਹਨੇ ਇੱਕ ਇਹ ਤਬਦੀਲੀ ਲਿਆਂਦੀ। ਉਹਨੇ ਆਵਾਜ਼ ਜਿਹੜੀ ਉਹਨੂੰ ਲੱਗਦਾ ਸੀ ਵੀ ਇਹ ਪ੍ਰਾਹੁਣਿਆਂ ਨੂੰ ਜਿੱਦਾਂ ਖਰਵੀਂ ਹੋ ਕੇ ਵੱਜਦੀ ਹੈ, ਉਹਨੂੰ ਥੋੜਾ ਜਿਹਾ ਸੌਫਟਨ ਕੀਤਾ ਜਾਵੇ। ਦੀ ਪ੍ਰੈਜ਼ੈਂਟ ਸਟੋਰੀ ਪ੍ਰੈਜ਼ੈਂਟਸ ਆ ਗਲਿੰਪਸ ਆਫ ਦੀ ਲਾਈਫ ਆਫ ਹਿਸ ਸਨ। ਇਹ ਜਿਹੜਾ ਸੌਸਾ ਜਿਹੜਾ ਪਾਤਰ ਹੈ ਨਾ ਬੰਦਾ, ਉਹਦੇ ਪਿਓ ਦੀ ਗੱਲ ਹੈ। ਕਹਿੰਦੇ ਜਿਹੜੀ ਪ੍ਰੈਜ਼ੈਂਟ ਸਟੋਰੀ ਹੈਗੀ ਹੈ, ਜਿਹੜੀ ਮੌਜੂਦਾ ਕਹਾਣੀ ਅਸੀਂ ਹੁਣ ਪੜ੍ਹਾਂਗੇ, ਪ੍ਰੈਜ਼ੈਂਟਸ ਆ ਗਲਿੰਪਸ, ਗਲਿੰਪਸ ਮਾਨੇ ਝਾਤ, ਪ੍ਰੈਜ਼ੈਂਟਸ ਆ ਗਲਿੰਪਸ ਮਾਨੇ ਇੱਕ ਝਾਤ ਪੇਸ਼ ਕਰਦੀ ਹੈ। ਕਾਹਦੀ ਝਾਤ ਪੇਸ਼ ਕਰਦੀ ਹੈ? ਆਫ ਦੀ ਲਾਈਫ ਆਫ ਹਿਸ ਸਨ, ਉਹਦੇ ਪੁੱਤਰ ਦੀ ਜ਼ਿੰਦਗੀ ਦੇ ਉੱਤੇ। ਐਂਡ ਬ੍ਰਿੰਗਸ ਆਊਟ ਦੀ ਫੈਕਟ, ਬ੍ਰਿੰਗ ਆਊਟ ਦਾ ਫੈਕਟ ਦਾ ਮਤਲਬ ਹੁੰਦਾ ਇੱਕ ਤੱਥ ਨੂੰ ਉਜਾਗਰ ਕਰਦੀ ਹੈ। ਹੁਣ ਬੱਚਾ ਦੇਖੋ, ਮੈਂ ਤੁਹਾਨੂੰ ਇਹ ਨਿੱਕੇ ਨਿੱਕੀ ਗੱਲਾਂ ਦੱਸ ਰਿਹਾ, ਫਰੇਜ਼ਿਸ, ਇਹਨਾਂ ਨੂੰ ਨੋਟ ਕਰੀ ਜਾਓ। ਬ੍ਰਿੰਗ ਆਊਟ ਦੀ ਫੈਕਟ ਮਤਲਬ ਕਿ ਤੱਥ ਉਜਾਗਰ ਕਰਨਾ, ਕਿਸੇ ਤੱਥ ਨੂੰ ਮੋਹਰੇ ਲਿਆਉਣਾ, ਠੀਕ ਹੈ। ਗਲਿੰਪਸ ਆਫ ਲਾਈਫ, ਗਲਿੰਪਸ ਹੁੰਦੀ ਹੈ ਜ਼ਿੰਦਗੀ ਦੇ ਝਾਤ, ਆਫ ਹਿਸ ਸਨ, ਉਹਦੇ ਪੁੱਤਰ ਦੀ। ਦੈਟ ਵਨ ਕੈਨ ਸਕਸੀਡ ਇਨ ਲਾਈਫ, ਕਿ ਕੋਈ ਵੀ ਬੰਦਾ ਆਪਣੀ ਜ਼ਿੰਦਗੀ 'ਚ ਤਾਂ ਹੀ ਸਫਲ ਹੋ ਸਕਦਾ ਹੈ, ਓਨਲੀ ਤਾਂ ਹੀ, ਇਫ ਵਨ ਪਰਸਿਊਜ਼ ਆ ਵੋਕੇਸ਼ਨ। ਵੋਕੇਸ਼ਨ ਹੁੰਦਾ ਕੰਮਕਾਰ, ਜੇ ਤੋਂ ਬੰਦੇ ਨੇ ਰੋਜ਼ੀ ਰੋਟੀ ਕਮਾਉਣੀ ਹੈ, ਜਿਹਦੇ ਵਿੱਚ ਜਿਹੜਾ ਰੁਝੇਵਾਂ ਉਹਨੇ ਲੈਣਾ ਹੈ। ਪਰਸਿਊ ਹੁੰਦਾ ਉਹਦੇ ਮਗਰ ਪੈਣਾ, ਉਹਨੂੰ ਅਪਣਾਉਣਾ। ਕਹਿੰਦੇ ਕੋਈ ਵੀ ਬੰਦਾ ਜ਼ਿੰਦਗੀ 'ਚ ਤਾਂ ਹੀ ਸਫਲ ਹੋ ਸਕਦਾ ਹੈ ਜੇ ਉਹ ਉਸ ਕੰਮਕਾਰ ਨੂੰ ਅਪਣਾਏ। ਅਕੋਰਡਿੰਗ ਟੂ ਵਨਸ ਐਪਟੀਚਿਊਡ, ਆਪਣੇ ਮੁਤਾਬਕ, ਕਿਹੜੇ ਮੁਤਾਬਕ? ਵਨਸ ਐਪਟੀਚਿਊਡ ਮੈਨੇ ਝੁਕਾ, ਐਂਡ ਇਨਬੋਰਨ ਟੇਸਟ, ਅਤੇ ਜਮਾਂਦਰੂ ਜੋ ਉਹਦੀ ਰੁਚੀ ਹੈ, ਟੇਸਟ। ਹੁਣ ਕਈ ਵਾਰ ਕੀ ਹੁੰਦਾ, ਕਈ ਬੱਚਿਆਂ ਦਾ, ਹੁਣ ਜਦੋਂ ਮੈਂ ਆਪਣੀ ਭਤੀਜੀ ਦੀ ਗੱਲ ਕਰਦਾ, ਬੜੀ ਲੈ ਕੇ ਪੜ੍ਹਾਈ 'ਚ, ਮੈਂ ਸਾਇੰਸ ਮੈਥ ਦਾ ਸਟੂਡੈਂਟ ਰਿਹਾ, ਮੈਨੂੰ ਸਾਇੰਸ ਮੈਥ ਦਾ ਬੜਾ ਸ਼ੌਕ ਹੈਗਾ, ਪਰ ਮੈਂ ਆਪਣੀ ਭਤੀਜੀ ਦੀ ਪੜ੍ਹਾਈ 'ਚ ਬੜੀ ਹੁਸ਼ਿਆਰ ਸੀ। ਉਹ ਕਹਿੰਦੀ ਵੀ ਤਾਇਆ ਜੀ ਮੈਂ ਮੈਥ ਨਹੀਂ ਲੈਣਾ। ਮੈਂ ਕਿਹਾ ਕੋਈ ਗੱਲ ਨਹੀਂ ਬੇਟੇ। ਹੁਣ ਮੈਂ ਕਹਿੰਦਾ ਨਹੀਂ ਮੈਨੂੰ ਮੈਥ ਪਸੰਦ ਹੈ, ਮੈਂ ਤੈਨੂੰ ਵੀ ਮੈਥ ਲੈਣਾ ਪਏਗਾ, ਮੈਂ ਤੈਨੂੰ ਪੜ੍ਹਾ ਦਾਂਗਾ, ਕੋਈ ਗੱਲ ਨਹੀਂ। ਮੈਂ ਕਿਹਾ ਕੋਈ ਗੱਲ ਨਹੀਂ ਬੇਟੇ। ਉਹਨੇ ਪੋਲੀਟੀਕਲ ਸਾਇੰਸ ਲਈ ਹੈ, ਉਹਨੇ ਇਕਨੋਮਿਕਸ ਲਈ ਹੈ, ਅਤੇ ਉਹਨੇ ਪੰਜਾਬੀ ਲਈ ਹੈ, ਅਤੇ ਬਹੁਤ ਵਧੀਆ ਗੱਲ ਹੈ। ਔਰ ਦਿੱਲੀ 'ਚ ਰਹਿੰਦੀ ਹੈ, ਦੇਖ ਲਓ, ਦਿੱਲੀ 'ਚ ਰਹਿ ਕੇ ਉਹਨੇ ਪੰਜਾਬੀ ਲਈ ਹੈ, ਅਤੇ ਬਹੁਤ ਵਧੀਆ ਪੰਜਾਬੀ ਕਵਿਤਾਵਾਂ ਵੀ ਲਿਖਦੀ ਹੈ, ਗਾਣੇ ਵੀ ਗਾਉਂਦੀ ਹੈ, ਸ਼ਬਦ ਵੀ ਪੜ੍ਹਦੀ ਹੈ। ਸੋ ਇਹ ਐਪਟੀਚਿਊਡ, ਕਿਉਂ ਉਹਦਾ ਐਪਟੀਚਿਊਡ, ਉਹ ਕਹਿੰਦੀ ਮੇਰਾ ਐਪਟੀਚਿਊਡ ਮੈਥ ਵਾਲਾ ਨਹੀਂ ਹੈ, ਮੈਨੂੰ ਮੈਥ ਨਹੀਂ ਚੰਗਾ ਲੱਗਦਾ, 10ਵੀਂ ਤੱਕ ਪੜ੍ਹ ਲਿਆ ਬਹੁਤ ਹੈਗਾ। ਸੋ ਇਹ ਕਈ ਮਾਪੇ ਜ਼ਿਆਦਾਤਰ ਦਿਮਾਗ 'ਚ ਸਾਡੇ ਬੱਚੋਂ ਗੱਲ ਬੈਠੀ ਹੋਈ ਹੈ ਕਿ ਜਿਹੜੇ ਬੰਦੇ ਸਾਇੰਸ ਲੈਂਦੇ ਨੇ ਉਹ ਬੜੇ ਹੁਸ਼ਿਆਰ ਹੁੰਦੇ ਨੇ। ਇਹ ਗੱਲ ਬਿਲਕੁਲ ਗਲਤ ਹੈਗੀ ਹੈ। ਮੇਰਾ ਇੱਕ ਮਿੱਤਰ, ਉਹਦੀ ਬੇਟੀ ਨੇ ਹਿਊਮੈਨਿਟੀਜ਼ ਲਈ 11ਵੀਂ 'ਚ, ਮਤਲਬ ਕਿ ਇਕਨੋਮਿਕਸ, ਪੋਲੀਟੀਕਲ ਸਾਇੰਸ, ਇਹ ਵਾਲੇ ਸਬਜੈਕਟ ਲਏ, ਅਤੇ ਪੂਰੇ ਪੰਜਾਬ ਵਿੱਚ ਉਹਨੇ ਟੌਪ ਕੀਤਾ। ਇਹੀ ਨਹੀਂ,
ਉਹਨੇ ਫਿਰ ਦਿੱਲੀ ਦਾ ਜਿਹੜਾ ਟੌਪ ਕਾਲਜ ਹੈ ਸੈਂਟ ਸਟੀਫਨਸ, ਉਹ 'ਚੋਂ ਉਹਨੂੰ ਐਡਮਿਸ਼ਨ ਮਿਲੀ। ਕਦੀ ਟਿਊਸ਼ਨ ਨਹੀਂ ਪੜ੍ਹੀ ਉਹਨੇ, ਤੇ ਫਿਰ ਉਹਨੇ ਰੋਡ ਸਕੋਲਰਸ਼ਿਪ ਜਿੱਤਿਆ ਤੇ UK ਵਿੱਚ ਜਾ ਕੇ 50 ਲੱਖ ਦਾ ਸਕੋਲਰਸ਼ਿਪ ਉਹਨੂੰ ਮਿਲਿਆ ਤੇ ਉਹਨੇ ਕੈਂਬਰਿਜ ਯੂਨੀਵਰਸਿਟੀ ਤੋਂ ਮਾਸਟਰਸ ਕੀਤੀ। ਇਸ ਵੇਲੇ ਕੋਲੰਬੀਆ ਯੂਨੀਵਰਸਿਟੀ ਤੋਂ ਉਹ PhD ਕਰਦੀ ਪਈ ਹੈ। ਸੋ ਉਹਨੇ ਕੋਈ ਸਾਇੰਸ ਨਹੀਂ ਲਿਆ, ਕੋਈ ਮੈਥ ਨਹੀਂ ਲਿਆ। ਸੋ ਆਪਣੇ ਦਿਮਾਗ 'ਚੋਂ ਬੱਚੇ ਕਿਤੇ ਇਹ ਦਿਮਾਗ 'ਚੋਂ ਗੱਲ ਬਿਲਕੁਲ ਕੱਢ ਦਿਓ ਕਿ ਜਿਹੜਾ ਸਾਇੰਸ ਮੈਥ ਲੈਂਦਾ ਬੜਾ ਹੁਸ਼ਿਆਰ ਹੁੰਦਾ, ਇਹ ਜ਼ਰੂਰੀ ਨਹੀਂ ਹੈ, ਰੁਚੀਆਂ ਨੇ। ਤੁਸੀਂ ਪੋਲੀਟੀਕਲ ਸਾਇੰਸ ਲੈ ਕੇ, ਸਾਈਕੋਲੋਜੀ ਲੈ ਕੇ, ਹਿਸਟਰੀ ਲੈ ਕੇ ਤੁਸੀਂ ਉਹਦੇ ਵਿੱਚ ਵੀ ਸਿਖਰਤਾ ਵਾਲੇ ਪਹੁੰਚ ਸਕਦੇ ਹੋ। ਵੱਡੀ ਗੱਲ ਹੈ ਵੇ ਜਿਹੜਾ ਵਿਸ਼ਾ ਮਰਜ਼ੀ ਲਓ, ਜ਼ਿੰਦਗੀ ਵਿੱਚ ਅਨੁਸ਼ਾਸਨ ਨੂੰ, ਮਿਹਨਤ ਨੂੰ, ਨਿਰੰਤਰਤਾ ਨੂੰ ਜ਼ਰੂਰ ਅਪਣਾਓ, ਉਹ ਤੋਂ ਬਿਨਾਂ ਗੱਲ ਨਹੀਂ ਬਣਨੀ। ਸੋ ਇਹ ਉਹਨੇ ਕਹਿੰਦੇ ਬ੍ਰਿੰਗਸ ਆਊਟ ਦੀ ਫੈਕਟ, ਇਹ ਤੱਥ ਨੂੰ ਉਜਾਗਰ ਕਰਦੀ ਹੈ ਇਹ ਕਹਾਣੀ ਕਿ ਬੰਦਾ ਤਾਂ ਹੀ ਕਾਮਯਾਬ ਹੋਏਗਾ ਜੇ ਆਪਣੀ ਰੁਚੀ ਦੇ ਹਿਸਾਬ ਦੇ ਨਾਲ, ਆਪਣੇ ਝੁਕਾਅ ਦੇ ਹਿਸਾਬ ਦੇ ਨਾਲ ਉਸ ਕੰਮ ਨੂੰ ਅਪਣਾਏ ਜਿਹਦੇ ਰਾਹੀਂ ਉਹਨੇ ਆਪਣੀ ਰੋਜੀ ਰੋਟੀ ਕਮਾਉਣੀ ਹੈ। ਉਹ ਤਾਂ ਹੀ ਸਫਲ ਹੋ ਸਕਦਾ ਹੈ, ਕਿਉਂਕਿ ਜੇ ਉਹਦੇ ਵਿੱਚ ਰੁਚੀ ਨਹੀਂ ਹੈਗੀ, ਉਹਦਾ ਝੁਕਾਅ ਉਸ ਵਾਲੇ ਪਾਸੇ ਨਹੀਂ ਹੈਗਾ, ਤੇ ਫਿਰ ਉਹ ਬੱਧਾ ਬੁੱਧਾ ਕਰੇਗਾ ਤੇ ਉਹ ਮਤਲਬ ਕਿ ਉਹ ਚੋਰੀ ਉਹਦੀ ਮੁਹਾਰਤ ਨਹੀਂ ਆਏਗੀ। ਠੀਕ ਹੈ, ਹੁਣ ਬੱਚੋ ਇਹ ਤੇ ਸੀ ਜਾਣਕਾਰੀ, ਇੰਟਰੋਡਕਸ਼ਨ ਇਸ ਕਹਾਣੀ ਬਾਰੇ। ਹੁਣ ਅਸੀਂ ਕਹਾਣੀ ਸ਼ੁਰੂ ਕਰਦੇ ਹਾਂ। ਜੌਨ ਫਿਲਿਪ ਸੌਸਾ ਸਟੂਡ ਔਨ ਦੀ ਕਾਰਨਰ। ਜੌਨ ਫਿਲਿਪ ਸੌਸਾ ਜਿਹੜਾ ਸੀਗਾ ਉਹ ਇੱਕ ਖੂੰਜੇ 'ਚ ਖੜਾ ਸੀਗਾ ਵਿਦ ਹਿਜ਼ ਮਦਰ, ਆਪਣੀ ਮਾਂ ਦੇ ਨਾਲ, ਵਾਚਿੰਗ ਅ ਪਰੇਡ, ਪਰੇਡ ਨੂੰ ਦੇਖਦੇ ਹੋਏ, ਪਾਸ ਬਾਏ ਲੰਘਦੇ ਹੋਏ, ਵਾਚਿੰਗ ਅ ਪਰੇਡ ਪਾਸ ਬਾਏ ਲੰਘਦੀ ਹੋਈ ਪਰੇਡ ਨੂੰ ਦੇਖਦੇ ਹੋਏ ਆਪਣੀ ਮਾਂ ਨਾਲ ਇੱਕ ਖੂੰਜੇ ਖੜਾ ਸੀ। ਦੀ ਯੂਨਾਈਟਿਡ ਸਟੇਟਸ ਮੇਰੀਨ ਬੈਂਡ ਵਾਜ਼ ਰੈਪਿਡਲੀ ਮੈਨੇ ਬੜੀ ਤੇਜ਼ੀ ਨਾਲ, ਕਮਿੰਗ ਕਲੋਜ਼ਰ ਨੇੜੇ ਆ ਰਿਹਾ ਸੀ, ਟੂ ਕਿੱਥੇ, ਵੇਅਰ ਦੇ ਸਟੂਡ ਜਿੱਥੇ ਉਹ ਖੜੇ ਸੀ। ਦੇ ਕੌਣ ਨੇ? ਸੌਸਾ ਤੇ ਉਹਦੀ ਮਾਂ। ਕਹਿੰਦਾ ਯੂਨਾਈਟਿਡ ਸਟੇਟਸ ਮੇਰੀਨ ਬੈਂਡ ਬੜੀ ਤੇਜ਼ੀ ਨਾਲ ਨੇੜੇ ਆ ਰਿਹਾ ਸੀ ਜਿੱਥੇ ਉਹ ਖੜੇ ਸੀ। ਫਿਲਿਪ ਜੰਪਡ ਅਪ ਐਂਡ ਡਾਊਨ ਐਂਡ ਕ੍ਰਾਈਡ ਐਕਸਾਈਟਿਡ। ਫਿਲਿਪ ਨੇ ਉੱਤੇ ਥੱਲੇ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਛੋਟਾ ਬੱਚਾ ਸੀ ਨਾ। ਐਂਡ ਕ੍ਰਾਈਡ ਐਕਸਾਈਟਿਡਲੀ, ਔਰ ਬੜੀ ਖੁਸ਼ੀ ਦੇ ਵਿੱਚ ਚੀਕਿਆ, ਕਹਿੰਦਾ ਲੁੱਕ ਮਾਮਾ, ਬੀਜੀ ਦੇਖੋ, ਦੇਰ ਇਜ਼ ਪਾਪਾ ਨਾਓ, ਉੱਥੇ ਹੁਣ ਪਾਪਾ ਜੀ ਨਜ਼ਰ ਆ ਰਹੇ ਨੇ। ਅਰਥਾਤ ਉਸ ਮੁੰਡੇ ਦੇ ਜੋ ਡੈਡੀ ਸੀਗੇ, ਮੁੰਡੇ ਦੇ ਪਾਪਾ ਸੀਗੇ, ਉਹਦੇ ਪਾਪਾ ਜੀ ਸੀਗੇ, ਉਸ ਮੇਰੀਨ ਬੈਂਡ ਦੇ ਵਿੱਚ, ਪਰੇਡ ਦੇ ਵਿੱਚ ਬੈਂਡ ਵਜਾ ਰਹੇ ਸੀਗੇ, ਉਹਦੇ ਵਿੱਚ ਉਹ ਸ਼ਰੀਕ ਸੀਗੇ। ਸੋ ਬੱਚਾ ਸਾਈਡ ਤੇ ਖੜਾ, ਜਿੱਦਾਂ 26 ਜਨਵਰੀ ਦੀ ਪਰੇਡ ਨਿਕਲਦੀ ਹੈ, ਸੋ ਸੜਕ ਦੇ ਕਿਨਾਰੇ ਖੂੰਜੇ ਖੜਾ ਦੇਖ ਰਿਹਾ ਸੀਗਾ। ਤੇ ਜਿਹੜੇ ਉਹਨੂੰ ਆਪਣੇ ਡੈਡੀ ਨਜ਼ਰ ਆਏ, ਉਹ ਉੱਤੇ ਥੱਲੇ ਛਾਲਾਂ ਮਾਰਨ ਲੱਗ ਗਿਆ ਤੇ ਬੜੀ ਖੁਸ਼ੀ 'ਚ ਚੀਕਣ ਲੱਗ ਗਿਆ ਤੇ ਕਹਿੰਦੇ ਬੀਜੀ ਦੇਖੋ, ਬੀਜੀ ਦੇਖੋ, ਉਹ ਪਾਪਾ ਜੀ ਉੱਥੇ ਆਏ ਨੇ। ਮਾਰਚਿੰਗ ਅਲੋਂਗ ਇਨ ਦੀ ਬਰਾਸ ਸੈਕਸ਼ਨ। ਬਰਾਸ ਸੈਕਸ਼ਨ ਕਿਹੜਾ ਹੋ ਗਿਆ ਵੀ ਬੈਂਡ ਦੇ ਵਿੱਚ ਤੇ ਕਈ ਸਾਰੇ ਬੰਦੇ ਹੁੰਦੇ ਨੇ। ਬਰਾਸ ମାନେ ਪਿੱਤਲ ਦੇ ਜਿਹੜੇ ਜ਼ਿਆਦਾਤਰ ਜਿਹੜੇ ਬਾਜੇ ਸੀਗੇ, ਹੁਣ ਇਸੇ ਦਿਖਾਇਆ ਤੁਹਾਨੂੰ, ਹਾਰਨ ਤੇ ਟਰੰਪਟ। ਸੋ ਬਰਾਸ ਸੈਕਸ਼ਨ, ਪਿੱਤਲ ਦੇ ਬਾਜਿਆਂ ਵਾਲਾ ਜੋ ਹਿੱਸਾ ਸੀਗਾ, ਉਹਦੇ ਵਿੱਚ ਮਾਰਚਿੰਗ ਅਲੋਂਗ ਇਨ ਦੀ ਬਰਾਸ ਸੈਕਸ਼ਨ, ਬਰਾਸ ਸੈਕਸ਼ਨ ਵਿੱਚ ਪਰੇਡ ਕਰਦੇ ਹੋਏ ਮਿਸਟਰ ਸੌਸਾ ਲੁਕਡ ਵੈਰੀ ਹੈਂਡਸਮ। ਮਿਸਟਰ ਸੌਸਾ ਜਿਹੜਾ ਉਸ ਮੁੰਡੇ ਦਾ ਪਿਓ ਸੀ, ਉਹ ਬੜਾ ਹੈਂਡਸਮ, ਬੜਾ ਸੋਹਣਾ, ਬੜਾ ਜੱਚ ਰਿਹਾ ਸੀ। ਹੀ ਵਿੰਕਡ, ਵਿੰਕ ਹੁੰਦਾ ਅੱਖ ਮਾਰਨੀ, ਉਹਨੇ ਐਜ਼ ਹੀ ਵੈਂਟ ਬਾਏ, ਜਿੱਦਾਂ ਉਹ ਮੋਰੇ ਲੰਘਿਆ ਉਹਨੇ ਅੱਖ ਮਾਰੀ ਤੇ ਫਿਲਿਪ ਗ੍ਰਿੰਡ ਬੈਕ। ਕਿਹਨੂੰ ਅੱਖ ਮਾਰੀ? ਆਪਣੇ ਮੁੰਡੇ ਨੂੰ ਅੱਖ ਮਾਰੀ। ਉਹਨੇ ਦੇਖਿਆ ਵੀ ਇਹ ਮੇਰੀ ਪਤਨੀ ਤੇ ਮੇਰਾ ਮੁੰਡਾ ਖੜਾ ਹੈ, ਤੇ ਫਿਲਿਪ ਨੇ ਗ੍ਰਿੰਡ ਬੈਕ, ਉਹਨੇ ਜਵਾਬ ਵਿੱਚ ਕੀ ਕੀਤਾ? ਉਹਨੇ ਦੰਦੀਆਂ ਕੱਢੀਆਂ। ਗ੍ਰਿੰਡ ਹੁੰਦਾ ਦੰਦ ਕੱਢ ਕੇ ਹੱਸਣਾ, ਕਿ ਉਹ ਖੁਸ਼ ਹੋਇਆ ਵੀ ਮੇਰੇ ਪਿਤਾ ਜੀ ਨੇ ਮੈਨੂੰ ਦੇਖ ਕੇ ਅੱਖ ਮਾਰੀ। ਫਿਲਿਪ ਲਵਡ ਬੈਂਡਸ, ਜੋ ਫਿਲਿਪ ਸੀਗਾ ਉਹਨੂੰ ਬੈਂਡਾਂ ਦੇ ਨਾਲ ਬੜਾ ਪਿਆਰ ਸੀਗਾ, ਵਧੀਆ ਜਿਹੜੇ ਬੈਂਡ ਵੱਜੇ। ਐਂਡ ਦੀ ਨੇਸ਼ਨਸ ਕੈਪੀਟਲ ਵਾਜ਼ ਅ ਫਾਈਨ ਪਲੇਸ ਟੂ ਹੀਅਰ ਦੈਮ ਡਿਊਰਿੰਗ ਦੀ ਅਰਲੀ 1860s। ਤੇ ਕਹਿੰਦੇ 1860ਵਿਆਂ ਦੇ ਸ਼ੁਰੂਆਤ ਵਿੱਚ ਇਹਨਾਂ ਬੈਂਡਾਂ ਨੂੰ ਸੁਣਨ ਵਾਸਤੇ ਜੋ ਨੇਸ਼ਨ ਦੀ ਕੈਪੀਟਲ ਸੀ, ਜੋ ਦੇਸ਼ ਦੀ ਰਾਜਧਾਨੀ ਸੀ, ਉਹ ਇੱਕ ਬੜੀ ਵਧੀਆ ਥਾਂ ਸੀ। ਹੁਣ ਬੱਚੋ ਇਹ ਨੇਸ਼ਨ ਕਿਹੜਾ? ਯੂਨਾਈਟਿਡ ਸਟੇਟਸ, ਅਮਰੀਕਾ ਦੀ ਗੱਲ ਹੋ ਰਹੀ ਹੈ। ਤੇ ਅਮਰੀਕਾ ਦੀ ਕੈਪੀਟਲ ਕਿਹੜੀ ਹੈਗੀ ਹੈ? ਵਾਸ਼ਿੰਗਟਨ। ਜਿਹੜੇ ਅਸੀਂ ਕਹਿੰਦੇ ਨੇ ਵਾਸ਼ਿੰਗਟਨ DC। ਸੋ DC ਦੀ ਫੁੱਲ ਫਾਰਮ ਕੀ ਹੈ? ਡਿਸਟ੍ਰਿਕਟ ਆਫ ਕੋਲੰਬੀਆ। ਸੋ ਡਿਸਟ੍ਰਿਕਟ ਆਫ ਕੋਲੰਬੀਆ ਵਿੱਚ ਹੈਗੀ ਹੈ ਵਾਸ਼ਿੰਗਟਨ। ਠੀਕ ਹੈ, ਜਿੱਦਾਂ ਇੰਡੀਆ ਦੀ ਰਾਜਧਾਨੀ ਨਵੀਂ ਦਿੱਲੀ ਹੈਗੀ ਹੈ, ਇਸੇ ਤਰ੍ਹਾਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਹੈਗੀ ਹੈ। ਇਹ ਜਨਰਲ ਨੌਲੇਜ ਵੀ ਤੁਸੀਂ ਨਾਲ ਨਾਲ ਆਪਣੀ ਅਪਡੇਟ ਰੱਖੋ। ਸੋ ਕਹਿੰਦੇ ਜੋ ਦੇਸ਼ ਦੀ ਰਾਜਧਾਨੀ ਵਾਸ਼ਿੰਗਟਨ ਸੀ, ਉਹ ਇਹੋ ਜਿਹੇ ਬੈਂਡਾਂ ਨੂੰ ਸੁਣਨ ਦਾ ਸਭ ਤੋਂ ਵਧੀਆ ਟਿਕਾਣਾ ਸੀ। ਉੱਥੇ ਪਰੇਡ ਨਿਕਲਦੀ ਸੀਗੀ, ਹਰ ਜਗ੍ਹਾ ਤੇ ਨਿਕਲਦੀ ਨਹੀਂ ਹੋਣੀ। ਕਹਿੰਦੇ ਵਾਸ਼ਿੰਗਟਨ ਵਾਜ਼ ਫੁੱਲ ਆਫ ਬੈਂਡਸ। ਜਿਹੜਾ ਵਾਸ਼ਿੰਗਟਨ ਸੀ ਉਹ ਬੈਂਡਾਂ ਨਾਲ ਭਰਿਆ ਪਿਆ ਸੀ, ਅਰਥਾਤ ਵਾਸ਼ਿੰਗਟਨ ਵਿੱਚ ਇੱਦਾਂ ਦੇ ਬੈਂਡ ਬਹੁਤ ਸਾਰੇ ਸੀਗੇ। ਐਂਡ ਫਿਲਿਪ ਲਵਡ ਦੈਮ ਆਲ, ਤੇ ਫਿਲਿਪ ਉਹ ਸਾਰਿਆਂ ਨੂੰ ਹੀ ਪਸੰਦ ਕਰਦਾ ਸੀ, ਪਿਆਰ ਕਰਦਾ ਸੀ। ਨਾਓ ਵਿਦ ਰੈਪਚਰ ਇਨ ਹਿਜ਼ ਆਈਜ਼। ਰੈਪਚਰ ਹੁੰਦਾ ਮਸਤੀ, ਬੇਖੁਦੀ, ਵਿਸਮਾਦ। ਕਹਿੰਦੇ ਹੁਣ ਆਪਣੀ ਅੱਖਾਂ ਵਿੱਚ ਮਸਤੀ ਲਏ ਹੋਏ ਹੀ ਵਾਚ ਦਾ ਮੇਰੀਨ ਬੈਂਡ ਇਨ ਆਲ ਇਟਸ ਗਲੋਰੀ। ਬੜੀ ਮਸਤੀ ਭਰੀਆਂ ਅੱਖਾਂ ਦੇ ਨਾਲ ਉਹਨੇ ਮੇਰੀਨ ਬੈਂਡ ਨੂੰ ਪੂਰੀ ਆਪਣੀ ਸ਼ਾਨ ਸ਼ੌਕਤ ਵਿੱਚ ਉਹਨੂੰ ਦੇਖਿਆ।
ਐਂਡ ਐਜ਼ ਇਟ ਡਿਸਅਪੀਅਰ ਡਾਊਨ ਦੀ ਸਟਰੀਟ। ਤੇ ਜਿੱਦਾਂ ਦੂਜੇ ਬੰਨੇ ਉਧਰੋਂ ਆਇਆ, ਨੇੜੇ ਆਇਆ ਤੇ ਹੁਣ ਦੂਜੇ ਪਾਸੇ ਗਿਆ, ਤੇ ਜਿਵੇਂ ਜਿਵੇਂ ਉਹ ਗਲੀ ਦੇ ਮਤਲਬ ਸੜਕ ਦੇ ਦੂਜੇ ਬੰਨੇ ਅਲੋਪ ਹੋਇਆ, ਹੀ ਵੋਡ, ਵੋਡ ਮਤਲਬ ਉਹਨੇ ਧਾਰਿਆ, ਉਹਨੇ ਸਹੁੰ ਖਾਧੀ ਜਾਂ ਉਹਨੇ ਪ੍ਰਣ ਕੀਤਾ ਕਿ ਟੂ ਬਿਕਮ ਅ ਮਿਊਜ਼ੀਸ਼ੀਅਨ, ਕਿ ਮੈਂ ਵੀ ਵੱਡਾ ਹੋ ਕੇ ਸੰਗੀਤਕਾਰ ਬਣਾਂਗਾ। ਆਪਣੀ ਪਾਰਟ 1 ਦੀ ਆਖਰੀ ਸਲਾਈਡ ਆ ਗਈ। ਕਹਿੰਦੇ ਸੂਨ 7 year old ਫਿਲਿਪ ਸਟਾਰਟਿਡ ਟੂ ਅਟੈਂਡ ਅ ਸਕੂਲ ਆਫ ਮਿਊਜ਼ਿਕ। ਤੇ ਛੇਤੀ ਹੀ 7 ਵਰ੍ਹਿਆਂ ਦੇ ਫਿਲਿਪ ਨੇ ਸੰਗੀਤ ਦਾ ਸਕੂਲ ਮਤਲਬ ਕਿ ਉਹ 'ਚ ਜਾਣਾ ਸ਼ੁਰੂ ਕਰ ਦਿੱਤਾ, ਅਟੈਂਡ ਕਰਨਾ ਸ਼ੁਰੂ ਕਰ ਦਿੱਤਾ। ਇਨ ਹਿਜ਼ ਨੇਬਰਹੁੱਡ, ਆਪਣੇ ਗੁਆਂਢ ਦੇ ਵਿੱਚ ਹੀ ਲਾਈਕਡ ਆਲ ਹਿਜ਼ ਸਟੱਡੀਜ਼, ਉਹ ਆਪਣੀ ਹੋਰ ਸਾਰੇ ਵਿਸ਼ੇ ਪਸੰਦ ਕਰਦਾ ਸੀ। ਬਟ ਹੀ ਪਰਟੀਕੂਲਰਲੀ ਐਂਜੋਇਡ ਲਰਨਿੰਗ ਟੂ ਪਲੇ ਦੀ ਵਾਇਲਨ, ਪਰ ਖਾਸ ਤੌਰ 'ਤੇ ਉਹਨੂੰ ਸਰੰਗੀ ਵਜਾਉਣਾ ਬੜਾ ਪਸੰਦ ਸੀ, ਉਹ 'ਚ ਜ਼ਿਆਦਾ ਮਜ਼ਾ ਆਉਂਦਾ ਸੀ। ਇਟ ਵਾਜ਼ ਨਾਟ ਵੈਰੀ ਲੌਂਗ ਬਿਫੋਰ ਹੀ ਐਕਸੈਲ ਹੁੰਦਾ ਬੱਚਿਓ ਬਾਕੀਆਂ ਨੂੰ ਪਿੱਛੇ ਛੱਡ ਕੇ ਸਭ ਤੋਂ ਅੱਗੇ ਨਿਕਲ ਜਾਣਾ, ਮਤਲਬ ਕਿ ਮੋਹਰੇ ਹੋ ਜਾਣਾ। ਕਹਿੰਦੇ ਇਟ ਵਾਜ਼ ਨਾਟ ਵੈਰੀ ਲੌਂਗ, ਅਰਥਾਤ ਇਹਨੂੰ ਇਸ ਗੱਲ ਨੂੰ ਬਹੁਤ ਸਮਾਂ ਨਹੀਂ ਲੱਗਿਆ, ਹੀ ਐਕਸੈਲਡ ਇਨ ਪਲੇਇੰਗ ਦੈਟ ਇੰਸਟਰੂਮੈਂਟ, ਕਿ ਉਸ ਯੰਤਰ ਨੂੰ ਵਜਾਉਣ ਵਿੱਚ ਸਭ ਤੋਂ ਮੋਹਰੇ ਨਿਕਲ ਗਿਆ। ਵੀ ਬਾਕੀ ਜਿਹੜੇ ਹੋਰ ਸਿੱਖਣ ਵਾਲੇ ਹੋਰ ਵੀ ਸੀਗੇ ਬਹੁਤ ਸਾਰੇ ਵਿਦਿਆਰਥੀ, ਉਹ ਸਾਰਿਆਂ ਤੋਂ ਬੜੀ ਛੇਤੀ ਅੱਗੇ ਲੰਘ ਗਿਆ। ਫॉर ਹੀ ਵਾਜ਼ ਬੋਥ ਟੈਲੈਂਟਡ ਐਂਡ ਈਗਰ ਟੂ ਲਰਨ। ਇਹਦਾ ਕਾਰਨ ਕੀ ਸੀਗਾ? ਕਿਉਂਕਿ ਉਹਦੇ ਵਿੱਚ ਅੰਦਰੂਨੀ ਟੈਲੈਂਟ ਵੀ ਸੀਗਾ, ਬਲਕਿ ਲਿਆਕਤ ਵੀ ਸੀਗੀ, ਅੰਦਰਲਾ ਉਹਦਾ ਐਪਟੀਚਿਊਡ ਸੀਗਾ, ਰੁਚੀ ਸੀ, ਝੁਕਾਅ ਸੀ, ਐਂਡ ਵੱਡੀ ਗੱਲ ਈਗਰ ਟੂ ਲਰਨ, ਤੇ ਉਹ ਸਿੱਖਣ ਲਈ ਬੜਾ ਉਤਸ਼ਾਹੀ ਸੀਗਾ, ਸਿੱਖਣ ਲਈ ਉਹ 'ਚ ਬੜੀ ਜਿਗਿਆਸਾ ਸੀ, ਉਤਾਵਲਾਪਨ ਸੀਗਾ। ਬਟ ਫਿਲਿਪ ਡਿਡ ਨਾਟ ਸਪੈਂਡ ਆਲ ਹਿਜ਼ ਟਾਈਮ ਪਲੇਇੰਗ ਦੀ ਵਾਇਲਨ, ਪਰ ਫਿਲਿਪ ਨੇ ਆਪਣਾ ਸਾਰਾ ਸਮਾਂ ਵਾਇਲਨ ਵਜਾਉਣ ਵਿੱਚ ਹੀ ਨਹੀਂ ਬਿਤਾਇਆ। ਹੀ ਲਵ ਟੂ ਪਲੇ ਬੇਸਬਾਲ ਟੂ, ਉਹਨੂੰ ਬੇਸਬਾਲ ਖੇਡਣਾ, ਬੱਚੋ ਅਮਰੀਕਾ ਦੀ ਖੇਡ ਹੈਗੀ ਬੇਸਬਾਲ, ਤੇ ਉਹਨੂੰ ਉਹ ਖੇਡਣਾ ਵੀ ਬੜਾ ਪਸੰਦ ਸੀ। ਐਂਡ ਦੈਟ ਇਜ਼ ਵਾਈ ਹੀ ਗੋਟ ਇਨ ਟੂ ਟਰਬਲ ਵਨ ਈਵਨਿੰਗ ਵੈਨ ਹੀ ਵਾਜ਼ 11 years old। ਤੇ ਇਸੀ ਬੇਸਬਾਲ ਕਰਕੇ, ਮਤਲਬ ਦੋ ਸ਼ੌਕ ਕਰਕੇ ਉਹ ਇੱਕ ਦਿਨ ਮੁਸੀਬਤ ਵਿੱਚ ਫਸ ਗਿਆ। ਹੀ ਗੋਟ ਇਨ ਟੂ ਟਰਬਲ ਮੈਨੇ ਇੱਕ ਪੰਗਾ ਪੈ ਗਿਆ, ਉਹ ਪੰਗੇ ਦਾ ਸ਼ਿਕਾਰ ਹੋ ਗਿਆ, ਉਸ ਮੁਸੀਬਤ 'ਚ ਫਸ ਗਿਆ। ਵਨ ਈਵਨਿੰਗ ਇੱਕ ਸ਼ਾਮਾਂ ਨੂੰ, ਵੈਨ ਹੀ ਵਾਜ਼ 11 years old, ਜਦੋਂ ਉਹ 11 ਵਰ੍ਹਿਆਂ ਦਾ ਸੀਗਾ। ਐਵਰੀ ਈਅਰ ਐਨ ਈਵਨਿੰਗ ਕੰਸਰਟ ਵਾਜ਼ ਗਿਵਨ ਬਾਈ ਦੀ ਮਿਊਜ਼ਿਕ ਸਕੂਲ। ਕੰਸਰਟ ਹੁੰਦਾ ਬੱਚਿਓ ਸੰਗੀਤ ਦਾ ਇਕੱਠ, ਸੰਗੀਤ ਦੀ ਮੰਡਲੀ, ਸੰਗੀਤ ਦਾ ਪ੍ਰੋਗਰਾਮ। ਕਹਿੰਦੇ ਹਰ ਸਾਲ ਮਿਊਜ਼ਿਕ ਸਕੂਲ ਵੱਲੋਂ ਇੱਕ ਸ਼ਾਮਾਂ ਦਾ ਮਿਊਜ਼ਿਕ ਸੰਗੀਤ ਮਤਲਬ ਮੰਡਲ ਜਿਹੜਾ ਸੰਗੀਤ ਪਾਰਟੀ ਕੀਤੀ ਜਾਂਦੀ ਸੀ ਹਰ ਸਾਲ ਸ਼ਾਮ ਦੇ ਵੇਲੇ। ਦਿਸ ਈਅਰ ਫਿਲਿਪ ਹੈਡ ਬੀਨ ਚੋਜ਼ਨ ਟੂ ਪਲੇ ਅ ਵਾਇਲਨ ਸੋਲੋ। ਸੋਲੋ ਮੈਨੇ ਇਕੱਲੇ, ਇੱਕ ਤਾਂ ਨਾ ਮਿਊਜ਼ਿਕ 'ਚ ਗਰੁੱਪ ਹੁੰਦਾ ਹੈ 6 ਬੰਦੇ, 8 ਬੰਦੇ, 10 ਬੰਦੇ, ਉਹ ਬੈਂਡ ਹੁੰਦਾ ਪੂਰਾ। ਸੋਲੋ ਦਾ ਮਤਲਬ ਇਕੱਲੇ। ਕਹਿੰਦੇ ਇਸ ਸਾਲ ਫਿਲਿਪ ਨੂੰ ਇਕੱਲੇ ਵਾਇਲਨ ਵਜਾਉਣ ਲਈ, ਸਰੰਗੀ ਵਜਾਉਣ ਲਈ ਚੁਣਿਆ ਗਿਆ। ਫॉर several months he had been earning money by directing a small band। ਉਹ ਕਈ ਮਹੀਨਿਆਂ ਤੋਂ ਇੱਕ ਛੋਟੇ ਜਿਹੇ ਬੈਂਡ ਦੀ ਡਾਇਰੈਕਸ਼ਨ ਕਰਦੇ ਹੋਏ, ਨਿਰਦੇਸ਼ਨ ਕਰਦੇ ਹੋਏ ਪੈਸੇ ਕਮਾਉਂਦਾ ਆ ਰਿਹਾ ਸੀ, ਮਤਲਬ ਪਾਰਟ ਟਾਈਮ ਜੌਬ ਕਰ ਰਿਹਾ ਸੀਗਾ। ਉਹ ਮਿਊਜ਼ਿਕ ਬੜਾ ਵਧੀਆ ਸੀਗਾ, ਤੇ ਕੋਈ ਛੋਟਾ ਜਿਹਾ ਬੈਂਡ ਹੋਣਾ, ਉਹ ਉਹਦੀ ਡਾਇਰੈਕਸ਼ਨ ਕਰਦਾ ਸੀਗਾ, ਉਹਦਾ ਨਿਰਦੇਸ਼ਨ ਕਰਦਾ ਸੀਗਾ, ਤੇ ਉਹ ਤੋਂ ਪੈਸੇ ਕਮਾਉਂਦਾ ਸੀਗਾ, ਤੇ ਉਹਨੂੰ ਬੜਾ ਤਜਰਬਾ ਸੀਗਾ। So the thought of playing in the concert did not make him the least bit nervous। ਇਸ ਕਰਕੇ ਕੰਸਰਟ ਦੇ ਵਿੱਚ ਉਹਨੂੰ ਜਿਹੜੇ ਪਤਾ ਲੱਗਾ ਨਾ ਵੀ ਤੂੰ ਵਜਾਣਾ ਇਕੱਲੇ, ਤੇ ਬੰਦਾ ਘਬਰਾ ਜਾਂਦਾ, ਪ੍ਰੈਕਟਿਸ ਕਰਦਾ। ਉਹ ਕਹਿੰਦਾ ਲੈ ਮੈਂ ਤਾਂ ਛੋਟੇ ਬੈਂਡ ਦੀ ਡਾਇਰੈਕਸ਼ਨ ਕਰਦਾ ਆ ਰਿਹਾ, ਡਾਇਰੈਕਟਰ ਕਰਦਾ, ਮੈਂ ਉਹਦਾ ਡਾਇਰੈਕਟਰ ਰਿਹਾ, ਮੈਂ ਪੈਸੇ ਵੀ ਕਮਾ ਇੰਨੇ ਮਹੀਨੇ ਤੋਂ ਕਰਦਾ ਆ ਰਿਹਾ। ਤੇ ਕਹਿੰਦੇ ਇਹ ਜਿਹੜਾ ਵਿਚਾਰ ਸੀਗਾ ਕਿ ਕੰਸਰਟ ਦੇ ਵਿੱਚ ਉਹਨੇ ਵਾਇਲਨ ਵਜਾਣੀ ਹੈ, ਡਿਡ ਨਾਟ ਮੇਕ ਹਿਮ ਦੀ ਲੀਸਟ ਬਿਟ ਨਰਵਸ, ਉਹਨੇ ਉਹਨੂੰ ਰੱਤੀ ਭਰ ਵੀ ਚਿੰਤਿਤ ਨਹੀਂ ਕੀਤਾ, ਫਿਕਰਮੰਦ ਨਹੀਂ ਕੀਤਾ। ਉਹਨੇ ਸੋਚ ਕੇ ਲੈ ਇਹ ਤੇ ਕੋਈ ਗੱਲ ਹੀ ਨਹੀਂ, ਮੈਂ ਤੇ ਐਵੇਂ ਵਜਾ ਲਾਂਗਾ, ਮਤਲਬ ਓਵਰ ਕੌਨਫੀਡੈਂਸ। ਐਂਡ ਬਿਕੋਜ਼ ਹੀ ਡਿਡ ਨਾਟ ਫੀਲ ਨਰਵਸ, ਪਰ ਕਿਉਂਕਿ ਉਹ ਚਿੰਤਿਤ ਨਹੀਂ ਮਹਿਸੂਸ ਹੋਇਆ, ਉਹ ਨਰਵਸ ਨਹੀਂ ਮਹਿਸੂਸ ਹੋਇਆ, ਓਵਰ ਕੌਨਫੀਡੈਂਟ ਰਿਹਾ, ਹੀ ਡਿਡ ਅ ਫੁਲਿਸ਼ ਥਿੰਗ, ਉਹਨੇ ਇੱਕ ਮੂਰਖਤਾਪੂਰਨ ਕੰਮ ਕਰ ਦਿੱਤਾ। ਬੱਚੇ ਇੱਦਾਂ ਹੀ ਹੁੰਦਾ, ਜਦੋਂ ਅਸੀਂ ਓਵਰ ਕੌਨਫੀਡੈਂਟ ਹੋ ਕੇ ਗੱਡੀ ਚਲਾਉਂਦੇ ਹਾਂ, ਐਕਸੀਡੈਂਟ ਹੋ ਜਾਂਦਾ। ਮੈਂ ਸ਼ਿਪ ਚਲਾਇਆ ਬੱਚੇ ਸਾਰੀ ਉਮਰ, ਜਿਹੜੇ ਸਾਨੂੰ ਕੈਪਟਨ ਦਾ ਤਜਰਬਾ ਹੋ ਜਾਂਦਾ ਨਾ, ਫਿਰ ਅਸੀਂ ਕਈ ਕੈਪਟਨ ਸਾਡੇ 'ਚ ਇੱਦਾਂ ਦੀ ਬਿਰਤੀ ਆਉਂਦੀ, ਤੇ ਸਾਨੂੰ ਆਪਣੇ ਆਪ ਨੂੰ ਚੇਤੇ ਕਰਨਾ ਪੈਂਦਾ। ਤੇ ਕਈ ਕੈਪਟਨ ਜਿਹੜੇ ਹੁੰਦੇ ਨਾ ਸੀਨੀਅਰ, ਉਹ ਫਿਰ ਬਹੁਤ ਜ਼ਿਆਦਾ ਆਪਣੇ ਆਪ ਨੂੰ ਕੌਨਫੀਡੈਂਟ ਸਮਝ ਲੈਂਦੇ, ਤੇ ਜਹਾਜ਼ ਚਲਾਉਣਾ ਤੇ ਮੇਰੇ ਲਈ ਵੀ ਖੱਬੇ ਹੱਥ ਦਾ ਖੇਡ ਹੈਗਾ, ਤੇ ਫਿਰ ਕਈ ਵਾਰ ਜਹਾਜ਼ਾਂ ਦੀ ਟੱਕਰ ਵੀ ਹੋ ਜਾਂਦੀ ਹੈ, ਐਕਸੀਡੈਂਟ ਵੀ ਹੋ ਜਾਂਦੇ ਨੇ। ਸੋ ਅਸੀਂ ਇਹ ਜਹਾਜ਼ਾਂ 'ਤੇ ਇਹ ਗੱਲਾਂ ਵੀ ਦੇਖੀਆਂ। ਸੋ ਜਿਹੜਾ ਓਵਰ ਕੌਨਫੀਡੈਂਸ ਹੈਗਾ, ਉਹਦੇ ਕਰਕੇ ਉਹ ਕਹਿੰਦੇ ਮੈਂ ਤੇ ਮਿਊਜ਼ਿਕ ਦਾ ਜਿਹੜਾ ਬੈਂਡ ਹੈਗਾ ਇਹਦੀ ਮੈਂ ਡਾਇਰੈਕਸ਼ਨ ਕਰਦਾ ਆ ਰਿਹਾ ਮਹੀਨਿਆਂ ਤੋਂ, ਤੇ ਲੈ ਕੰਸਰਟ ਦੇ ਉੱਤੇ ਇਕੱਲੇ ਵਾਇਲਨ ਵਜਾਉਣਾ ਕਿਹੜੀ ਗੱਲ ਹੈਗੀ ਹੈ, ਤੇ ਗੱਲ ਹੀ ਨਹੀਂ ਹੈਗੀ। ਉਹਨੇ ਬਿਲਕੁਲ ਚਿੰਤਾ ਨਹੀਂ ਕੀਤੀ, ਤੇ ਇਸ ਓਵਰ ਕੌਨਫੀਡੈਂਸ ਦੇ ਵਿੱਚ ਹੀ ਡਿਡਾ ਉਹਨੇ ਇੱਕ ਮੂਰਖਤਾਪੂਰਨ ਕੰਮ ਕੀਤਾ, ਜੋ ਅਸੀਂ ਦੇਖਾਂਗੇ ਕੀ ਕੀਤਾ, ਉਹ ਅਗਲੀ ਕਿਸ਼ਤ ਵਿੱਚ ਅਸੀਂ ਪੜ੍ਹਾਂਗੇ ਤੇ ਉਹਦੀ ਟ੍ਰਾਂਸਲੇਸ਼ਨ ਕਰਾਂਗੇ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਪਾਰਟ 1
ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ, ਉਤਸ਼ਾਹ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੀ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰੱਖਾ। ਥੈਂਕ ਯੂ ਵੈਰੀ ਮਚ।